ਪਿਆਰੇ ਵਿਦਿਆਰਥੀਓ, ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਸੁਰਿੰਦਰ ਸਿੰਘ, ਲੈਕਚਰਾਰ ਸਰੀਰਕ ਸਿੱਖਿਆ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬਵਾਲੀ ਰੋੜਿਆਲੀ ਤੋਂ ਤੁਹਾਡਾ ਸਵਾਗਤ ਕਰਦਾ ਹਾਂ। ਸੋ ਅਸੀਂ ਪੜ੍ਹ ਰਹੇ ਹਾਂ 11ਵੀਂ ਜਮਾਤ ਦਾ ਲੈਸਨ ਤੀਜਾ, ਸਰੀਰਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ। ਇੰਟਰੋਡਕਸ਼ਨ ਟੂ ਐਨਾਟਮੀ ਐਂਡ ਫਿਜ਼ੀਓਲੋਜੀ। ਸੋ ਅੱਜ ਅਸੀਂ ਗੱਲ ਕਰਾਂਗੇ ਫਿਜ਼ੀਓਲੋਜੀ ਦੀ, ਕਿਉਂਕਿ ਪਿਛਲੀ ਵੀਡੀਓ ਦੇ ਵਿੱਚ ਅਸੀਂ ਅਨਾਟਮੀ ਬਾਰੇ ਜਾਣਕਾਰੀ ਹਾਸਲ ਕਰ ਚੁੱਕੇ ਹਾਂ। ਸੋ ਫਿਜ਼ੀਓਲੋਜੀ ਕੀ ਹੈ? ਇਹ ਸਰੀਰਕ ਕਿਰਿਆ ਵਿਗਿਆਨ ਦੇ ਜਿਹੜੇ ਸਰੀਰ ਦੇ ਅੰਦਰੂਨੀ ਅੰਗਾਂ ਦੀਆਂ ਵੱਖ-ਵੱਖ ਕਿਰਿਆਵਾਂ ਦੇ ਕਾਰਨ ਪੈਦਾ ਹੋਏ ਪਰਿਵਰਤਨ ਦਾ ਅਧਿਐਨ ਹੈ। ਜੋ ਸਰੀਰ ਦੇ ਵਿੱਚ ਵੱਖ-ਵੱਖ ਕਿਰਿਆਵਾਂ ਦੁਆਰਾ ਜਦੋਂ ਪਰਿਵਰਤਨ ਹੁੰਦੇ ਹਨ, ਉਹਨਾਂ ਪਰਿਵਰਤਨਾਂ ਦਾ ਜੋ ਅਧਿਐਨ ਕਰਦਾ ਹੈ, ਉਸ ਨੂੰ ਅਸੀਂ ਫਿਜ਼ੀਓਲੋਜੀ ਕਹਿੰਦੇ ਹਾਂ। ਸਰੀਰ ਦੇ ਵਿੱਚ ਜਿਵੇਂ ਬਹੁਤ ਸਾਰੇ ਅੰਗ ਹਨ, ਪ੍ਰਣਾਲੀਆਂ ਹਨ, ਜਿਵੇਂ ਕਿ ਸਾਹ ਪ੍ਰਬੰਧ, ਮਲ ਤਿਆਗ ਪ੍ਰਣਾਲੀ ਹੈ, ਲਹੂ ਗਿੜ ਪ੍ਰਣਾਲੀ ਹੈ, ਆਦਿ ਦੇ ਕੰਮ ਕਰਨ ਦੀ ਜਿਹੜੀ ਵਿਧੀ ਦੀ ਜਿਹੜੀ ਵਿਆਖਿਆ ਕਰਦਾ ਹੈ, ਉਸ ਨੂੰ ਅਸੀਂ ਸਰੀਰਕ ਕਿਰਿਆ ਵਿਗਿਆਨ ਜਾਂ ਫਿਜ਼ੀਓਲੋਜੀ ਕਹਿੰਦੇ ਹਾਂ। ਸਰੀਰਕ ਸਿੱਖਿਆ ਦੇ ਖੇਤਰ ਦੇ ਵਿੱਚ ਸਰੀਰਕ ਰਚਨਾ ਅਤੇ ਸਰੀਰਕ ਕਿਰਿਆ ਵਿਗਿਆਨ ਦਾ ਜਿਹੜਾ ਬਹੁਤ ਵੱਡਾ ਯੋਗਦਾਨ ਹੈ। ਇਹਦੇ ਜਿਹੜਾ ਹੈ ਇਹ ਬਹੁਤ ਵੱਡੀ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਜਿਸ ਨਾਲ ਕਿ ਜਿਹੜਾ ਵਿਅਕਤੀ ਦਾ ਜਾਂ ਖਿਡਾਰੀ ਦਾ ਸਰਵਪੱਖੀ ਵਿਕਾਸ ਹੁੰਦਾ ਹੈ। ਖਿਡਾਰੀਆਂ ਵੱਲੋਂ ਰੋਜ਼ਾਨਾ ਬਹੁਤ ਸਾਰੀਆਂ ਜਿਹੜੀਆਂ ਕਿਰਿਆਵਾਂ ਉਹ ਕੀਤੀਆਂ ਜਾਂਦੀਆਂ ਹਨ ਅਤੇ ਇਹਨਾਂ ਕਿਰਿਆਵਾਂ ਦੇ ਬਾਰ-ਬਾਰ ਕਰਨ ਦੇ ਨਾਲ ਖਿਡਾਰੀ ਦੇ ਵਿੱਚ ਉਸ ਦਾ ਜਿਹੜਾ ਖੇਡ ਪ੍ਰਦਰਸ਼ਨ ਬਹੁਤ ਸੁਧਾਰ ਆਉਂਦਾ ਉਹਦੇ ਵਿੱਚ, ਅਤੇ ਜਿਸ ਦੇ ਨਾਲ ਉਸਦੇ ਅੰਗਾਂ ਅਤੇ ਪ੍ਰਬੰਧਾਂ ਦੀ ਜਿਹੜੀ ਕਾਰਜ ਕੁਸ਼ਲਤਾ ਜਾਂ ਸਮਰੱਥਾ ਦੇ ਵਿੱਚ ਵੀ ਬਹੁਤ ਵਾਧਾ ਹੁੰਦਾ ਹੈ। ਸੋ ਇੱਕ ਅਧਿਆਪਕ ਅਤੇ ਕੋਚ ਨੂੰ ਸਰੀਰਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਿਹੜੀ ਹੈ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਸੋ ਸਭ ਤੋਂ ਪਹਿਲਾ ਜਿਹੜਾ ਪੁਆਇੰਟ ਆ ਉਹ ਹੈ ਮੁੱਢਲੀ ਲੋੜ, ਬੇਸਿਕ ਰਿਕੁਆਇਰਮੈਂਟ। ਖਿਡਾਰੀਆਂ ਅਤੇ ਅਧਿਆਪਕਾਂ ਨੂੰ ਸਰੀਰਕ ਰਚਨਾ ਅਤੇ ਸਰੀਰਕ ਕਿਰਿਆ ਵਿਗਿਆਨ ਦੀ ਜਿਹੜੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਖੇਡਾਂ ਦੇ ਵਿੱਚ ਖਿਡਾਰੀਆਂ ਦੁਆਰਾ ਵੱਖ-ਵੱਖ ਤਰ੍ਹਾਂ ਦੀਆਂ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ। ਇਹ ਕਿਰਿਆਵਾਂ ਜੋੜਾਂ ਦੇ ਕਾਰਨ ਅਤੇ ਮਾਸਪੇਸ਼ੀਆਂ ਦੇ ਕਾਰਨ ਹੀ ਹੁੰਦੀਆਂ ਹਨ। ਸੋ ਇਸ ਦੀ ਜਿਹੜੀ ਜਾਣਕਾਰੀ ਹੈ ਉਹ ਅਧਿਆਪਕ ਨੂੰ ਜਾਂ ਕੋਚ ਸਾਹਿਬ ਨੂੰ ਹੋਣਾ ਬਹੁਤ ਜ਼ਰੂਰੀ ਹੈ। ਸੋ ਨੈਕਸਟ ਪੁਆਇੰਟ ਹੈ ਖਿਡਾਰੀਆਂ ਦੇ ਪ੍ਰਦਰਸ਼ਨ ਵਿੱਚ ਸੁਧਾਰ ਕਰਨ ਦੇ ਲਈ, ਟੂ ਇੰਪਰੂਵ ਦਾ ਪਰਫਾਰਮੈਂਸ ਆਫ ਪਲੇਅਰ। ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਸੁਧਾਰਨ ਦੇ ਲਈ ਲਗਾਤਾਰ ਬਹੁਤ ਸਾਰੀਆਂ ਜਿਹੜੀਆਂ ਸਾਇੰਟਿਸਟਾਂ ਦੁਆਰਾ ਜਿਹੜੀਆਂ ਖੋਜਾਂ ਉਹ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਵਿੱਚ ਸੁਧਾਰ ਕੀਤਾ ਜਾ ਸਕੇ। ਨੈਕਸਟ, ਫਿਟਨੈਸ ਵਧਾਉਣ ਦੇ ਲਈ, ਟੂ ਇਨਕਰੀਜ਼ ਫਿਟਨੈਸ। ਫਿਟਨੈਸ ਨੂੰ ਵਧਾਉਣ ਦੇ ਲਈ ਫਿਟਨੈਸ ਅੰਗਾਂ ਦਾ ਜਿਹੜਾ ਹੋਣਾ ਬਹੁਤ ਜ਼ਰੂਰੀ ਹੈ। ਖਿਡਾਰੀਆਂ ਦੀ ਫਿਟਨੈਸ ਸਰੀਰਕ ਅੰਗਾਂ ਦੀ ਬਣਤਰ ਅਤੇ ਕਿਰਿਆ ਉੱਪਰ ਨਿਰਭਰ ਕਰਦੀ ਹੈ। ਸੋ ਅਧਿਆਪਕ ਜਾਂ ਕੋਚ ਨੂੰ ਫਿਟਨੈਸ ਵਧਾਉਣ ਦੇ ਲਈ ਉਸ ਦੇ ਜਿਹੜੇ ਫਿਟਨੈਸ ਦੇ ਜਿਹੜੇ ਅੰਗ ਹਨ ਉਹਨਾਂ ਦੇ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ, ਜਿਵੇਂ ਕਿ ਐਂਡਿਓਰੈਂਸ ਹੈ, ਸਪੀਡ ਹੈ, ਸਟਰੈਂਥ ਹੈ, ਫਲੈਕਸੀਬਿਲਿਟੀ ਹੈ, ਐਜਿਲਿਟੀ ਹੈ। ਇਹਨਾਂ ਦੇ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਫਿਟਨੈਸ ਲੈਵਲ ਨੂੰ ਵਧਾਇਆ ਜਾ ਸਕਦਾ ਹੈ। ਨੈਕਸਟ ਪੁਆਇੰਟ ਹੈ ਖੇਡ ਦੀ ਚੋਣ। ਇਸ ਨਾਲ ਨਵੇਂ ਖਿਡਾਰੀਆਂ ਦੀ ਚੋਣ ਕਰਨ ਦੇ ਵਿੱਚ ਮਦਦ ਮਿਲਦੀ ਹੈ। ਬੱਚੇ ਸਰੀਰ, ਭਾਰ, ਕੱਦ, ਉਮਰ, ਉਸ ਦੇ ਕੰਮ ਦੀ ਸਮਰੱਥਾ ਨੂੰ ਧਿਆਨ ਵਿੱਚ ਰੱਖ ਕੇ ਖਿਡਾਰੀਆਂ ਦੀ ਜਿਹੜੀ ਚੋਣ ਕੀਤੀ ਜਾ ਸਕਦੀ ਹੈ। ਸੋ ਖਿਡਾਰੀਆਂ ਦੀ ਚੋਣ ਕਰਨ ਦੇ ਵਿੱਚ ਵੀ ਸਰੀਰਕ ਰਚਨਾ ਅਤੇ ਕਿਰਿਆ ਵਿਗਿਆਨ ਦਾ ਬਹੁਤ ਵੱਡਾ ਯੋਗਦਾਨ ਹੈ। ਸੋ ਜੇਕਰ ਕੋਚ ਸਾਹਿਬਾਨ ਨੂੰ ਜਾਂ ਅਧਿਆਪਕ ਸਾਹਿਬਾਨ ਨੂੰ ਇਹਨਾਂ ਬਾਰੇ ਜਾਣਕਾਰੀ ਹੋਵੇਗੀ ਤਾਂ ਉਹ ਖਿਡਾਰੀਆਂ ਦੀ ਜਿਹੜੀ ਹੈ ਉਹ ਚੋਣ ਕਰ ਸਕਦੇ ਹਨ। ਨੈਕਸਟ ਹੈ ਸੱਟਾਂ ਦੀ ਜਾਣ ਪਛਾਣ, ਨੌਲੇਜ ਆਫ ਇੰਜਰੀਜ਼। ਖਿਡਾਰੀਆਂ ਨੂੰ ਖੇਡ ਦੇ ਸਮੇਂ ਬਹੁਤ ਸਾਰੀਆਂ ਸੱਟਾਂ ਲੱਗ ਜਾਂਦੀਆਂ ਹਨ, ਇਸ ਲਈ ਕੋਚ ਜਾਂ ਅਧਿਆਪਕ ਨੂੰ ਸੱਟਾਂ ਦੀ ਕਿਸਮ, ਸੱਟਾਂ ਦਾ ਕਾਰਨ ਅਤੇ ਸੱਟਾਂ ਦੇ ਇਲਾਜ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਕੋਚ ਜਾਂ ਅਧਿਆਪਕ ਨੂੰ ਸੱਟਾਂ ਬਾਰੇ ਜਾਣਕਾਰੀ ਹੋਵੇਗੀ ਤਾਂ ਉਹ ਖਿਡਾਰੀਆਂ ਦੀ ਮੌਕੇ 'ਤੇ ਹੀ ਉਹਨਾਂ ਦਾ ਇਲਾਜ ਕਰ ਸਕਦਾ ਹੈ। ਫਸਟ ਏਡ ਦੇ ਤੌਰ 'ਤੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਸੋ ਅਧਿਆਪਕ ਨੂੰ ਇਹਨਾਂ ਦੇ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ।
ਸੋ ਨੈਕਸਟ ਪੁਆਇੰਟ ਹੈ ਥਕਾਵਟ। ਖੇਡਾਂ ਦੇ ਕਾਰਨ ਖਿਡਾਰੀਆਂ ਦੇ ਵਿੱਚ ਥਕਾਵਟ ਆ ਜਾਂਦੀ ਹੈ। ਇਸ ਦੀ ਜਾਣਕਾਰੀ ਹੋਣ ਦੇ ਨਾਲ ਖਿਡਾਰੀਆਂ ਨੂੰ ਥਕਾਵਟ ਤੋਂ ਬਚਾਇਆ ਜਾ ਸਕਦਾ ਹੈ, ਕਿਉਂਕਿ ਖੇਡਾਂ ਦੇ ਨਾਲ ਸਰੀਰ ਵਿੱਚ ਲੈਕਟਿਕ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਗਲੂਕੋਜ਼ ਦੀ ਮਾਤਰਾ ਘੱਟ ਜਾਂਦੀ ਹੈ। ਸੋ ਜੇਕਰ ਅਧਿਆਪਕ ਨੂੰ ਪਤਾ ਹੋਵੇਗਾ ਕਿ ਜਿਹੜਾ ਖਿਡਾਰੀ ਆ ਉਹ ਥੱਕ ਰਿਹਾ ਤਾਂ ਉਸ ਦਾ ਜਿਹੜਾ ਵਰਕ ਦੇ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ। ਸੋ ਉਸ ਨੂੰ ਸਮੇਂ ਸਮੇਂ 'ਤੇ ਕੁਛ ਪੀਣ ਦੇ ਲਈ ਦਿੱਤਾ ਜਾ ਸਕਦਾ ਹੈ। ਸੋ ਉਸ ਦੇ ਜਿਹੜੀ ਥਕਾਵਟ ਨੂੰ ਘੱਟ ਕੀਤਾ ਜਾ ਸਕਦਾ ਹੈ। ਸੋ ਅਧਿਆਪਕ ਨੂੰ ਇਸ ਦੇ ਬਾਰੇ ਵੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਨੈਕਸਟ ਹੈ ਪੁਨਰਵਾਸ, ਰੀਹੈਬੀਲੇਸ਼ਨ। ਪੁਨਰਵਾਸ ਦੇ ਲਈ ਸਰੀਰਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣਕਾਰੀ ਖਿਡਾਰੀਆਂ ਦੇ ਲਈ ਵਿਸ਼ੇਸ਼ ਭੂਮਿਕਾ ਨਿਭਾਉਂਦੀ ਹੈ, ਕਿਉਂਕਿ ਜੋੜ, ਹੱਡੀਆਂ, ਲਿਗਾਮੈਂਟ, ਟੈਂਡਨ, ਨਾੜੀ ਪ੍ਰਬੰਧ ਅਤੇ ਮਾਸਪੇਸ਼ੀਆਂ ਆਦਿ ਦੀ ਜਾਣਕਾਰੀ ਦੁਆਰਾ ਹੀ ਖਿਡਾਰੀਆਂ ਨੂੰ ਮੌਕੇ ਦੀ ਸਹਾਇਤਾ ਦੇ ਕੇ ਉਹਨਾਂ ਨੂੰ ਦੁਬਾਰਾ ਖੇਡਣ ਦੇ ਲਈ ਤਿਆਰ ਕੀਤਾ ਜਾ ਸਕਦਾ ਹੈ। ਸੋ ਅਧਿਆਪਕ ਜਾਂ ਕੋਚ ਦੇ ਲਈ ਪੁਨਰਵਾਸ ਦੇ ਬਾਰੇ ਜਾਣਕਾਰੀ ਹੋਣਾ ਵੀ ਬਹੁਤ ਜ਼ਰੂਰੀ ਹੈ। ਸੋ ਨੈਕਸਟ ਪੁਆਇੰਟ ਹੈ ਚੰਗੀ ਸਿਹਤ, ਗੁੱਡ ਹੈਲਥ। ਸਰੀਰਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਸਹਾਇਤਾ ਦੇ ਨਾਲ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਅਤੇ ਸਿਹਤਮੰਦ ਰੱਖ ਸਕਦੇ ਹਾਂ ਅਤੇ ਸਰੀਰ ਨੂੰ ਬਿਮਾਰੀਆਂ ਤੋਂ ਬਚਾ ਸਕਦੇ ਹਾਂ। ਸੋ ਅੱਜ ਦਾ ਸਾਡਾ ਜਿਹੜਾ ਇਹ ਟੌਪਿਕ ਇੱਥੇ ਹੀ ਸਮਾਪਤ ਹੁੰਦਾ ਹੈ। ਸੋ ਉਮੀਦ ਕਰਦਾ ਹਾਂ ਕਿ ਸਾਰੇ ਬੱਚਿਆਂ ਨੂੰ ਜਿਹੜਾ ਇਹ ਟੌਪਿਕ ਆ ਉਹ ਪਸੰਦ ਆਵੇਗਾ। ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ।